ਫਰੀਦਾ ਦੋਹ ਦੀਵੀ ਬੁਲੰਦਿਆਂ, ਮਲਕ ਬਹਿਠਾ ਆਏ। ਗੜ ਲੀਤਾ ਕੱਟ ਲੁੱਟਿਆ, ਦੀਵੜੇ ਗਿਆ ਬੁਝਾਏ। ਫਰੀਦਾ ਮੈਂ ਜਾਣਿਆ ਦੁਖ ਮੁਝ ਕੋ, ਦੁਖ ਸਵਾਇਆ ਜਗ। ਉੱਚੇ ਚੜ੍ਹ ਕੇ ਦੇਖਿਆ, ਤਾਂ ਕਰ ਕਰ ਇਹਾ ਅੱਗ। ਜਿਹਵਾ ਏਕ ਅਨੇਕ ਉਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ। ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਅਗੰਮ ਅਗੋਚਰ ਪ੍ਰਭ ਨਿਰਵਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨ ਪਾਈ। ਅਨੇਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾਂ ਕੈ ਮਨ ਪ੍ਰਗਟੇ ਗੁਣ ਤਾਸ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕੋ ਦੇ। ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁਖ ਨਾਠੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਤੇ ਖੈ ਨਸੇ। ਜਿਸ ਕਾ ਸਾਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਥਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰਿ ਹਰਿ ਜਸ ਸ਼ਰਵਨ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭ ਆਪ ਬਨਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ ਸੰਗ। ਰਚ ਰਚਨਾ ਆਪਣੀ ਕਲ ਧਾਰੀ, ਅਨੇਕ ਵਾਰ ਨਾਨਕ ਬਲਿਹਾਰੀ। ਰਚ ਰਚਨਾ ਆਪਣੀ ਕਲ ਧਾਰੀ, ਅਨੇਕ ਵਾਰ ਨਾਨਕ ਬਲਿਹਾਰੀ। ਧੰਨ ਧੰਨ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਲੱਖਾਂ ਹੀ ਵਾਰੀ ਪ੍ਰਣਾਮ, ਕਰੋੜਾਂ ਹੀ ਵਾਰੀ ਸਜਦਾ, ਜਿਨ੍ਹਾਂ ਨੇ ਇਹ ਸ਼ਾਹਕਾਰ ਸੁਖਮਨੀ ਸਾਹਿਬ ਸਾਡੀ ਝੋਲੀ ਪਾਇਆ ਸੰਸਾਰ ਦੀ। ਵੈਸੇ ਤਾਂ ਸਾਰੀ ਬਾਣੀ ਇੱਕੋ ਰਸ ਹੈ, ਇੱਕੋ ਬਾਤ ਹੈ, ਪਰ ਇਹਦੇ ਜਿਹੜੇ ਸ਼ਬਦ ਹੈ ਉਹ ਸੌਖੇ ਹੈ, ਪੰਜਾਬੀ ਦੇ ਹੈ। ਸਮਝਦਾ ਬੰਦਾ ਇਹ ਹੈ ਵੀ ਸ਼ਾਇਦ ਇਹ ਸਭ ਤੋਂ ਸੌਖੀ ਬਾਣੀ ਹੈ, ਪਰ ਸਾਧ ਸੰਗਤ ਜੀ ਉਹ ਪੜ੍ਹਨ ਨੂੰ ਸੌਖੀ ਹੈ, ਪਰ ਵਿੱਚ ਤਾਂ ਉਹੀ ਬਾਤ ਹੈ ਜੋ ਜਪਜੀ ਸਾਹਿਬ 'ਚ ਹੈ ਜਾਂ ਬਾਕੀ ਬਾਣੀਆਂ 'ਚ। ਜਿਹੜੇ ਸਿਧਾਂਤ ਹੈ ਉਹ ਉਹੀ ਹੈ, ਉਹਨਾਂ ਨੂੰ ਸਮਝਣਾ ਉਨਾ ਹੀ ਮੁਸ਼ਕਿਲ ਹੈ ਜਿੰਨਾ ਬਾਕੀ ਬਾਣੀ ਨੂੰ ਮੁਸ਼ਕਿਲ ਹੈ, ਕਿਉਂਕਿ ਅਗਾਧ ਬੋਧ ਹੈ, ਬੁੱਧੀ ਤੋਂ ਬਾਹਰ ਦੀਆਂ ਬਾਤਾਂ ਹੈ। ਤੋ ਪਾਤਸ਼ਾਹ ਫਰਮਾਉਂਦੇ ਹੈ ਬਈ ਜਿਸ ਵੀ ਬੰਦੇ ਨੇ ਕੋਈ ਚੀਜ਼ ਪ੍ਰਾਪਤ ਕਰਨੀ ਹੈ, ਉਹਦੇ ਵਾਸਤੇ ਜੀਭਾ ਦੇ ਨਾਲ ਉਸਤਤੀ ਕਰਨੀ ਹੈ। ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਜਿਹਨੂੰ ਕਿ ਨਕਾਰ ਰਹੇ ਹੈ ਸਾਡੇ ਪੜ੍ਹੇ ਲਿਖੇ ਲੋਕ, ਜੀਭਾ ਤੋਂ ਬੋਲ ਕੇ ਹੀ ਜਿਹੜੀ ਰੂਹਾਨੀਅਤ ਜਾਂ ਨੂਰਾਨੀਅਤ ਹੈ ਉਹਦੇ ਵਿੱਚ ਪ੍ਰਾਪਤੀ ਹੋਣੀ ਹੈ। ਪਹਿਲਾ ਸਟੈਪ ਜੀਭ ਦੇ ਨਾਲ ਉਚਾਰਨ ਦਾ ਹੈ। ਜਿਹਨੂੰ ਪੜ੍ਹਿਆ ਲਿਖਿਆ ਬੰਦਾ ਕਹਿੰਦਾ ਇੱਕ ਵਾਰ ਪੜ੍ਹ ਲਿਆ, 2 ਵਾਰ ਪੜ੍ਹ ਲਿਆ, ਅਰਥਾਂ ਸਹਿਤ ਪੜ੍ਹ ਲਈ, ਹੁਣ ਕਿਆ ਲੋੜ ਹੈ ਰੋਜ਼ ਵਾਰ ਵਾਰ ਰਿਸਾਈਟੇਸ਼ਨ ਕਰਨੇ ਦੀ, ਜਾਂ ਤੋਤਾ ਰਟਨ ਵੀ ਕਹਿ ਦਿੰਦੇ। ਨਹੀਂ ਸਾਧ ਸੰਗਤ ਜੀ, ਇਹ ਸੰਸਾਰੀ ਬਾਤ ਹੈ ਜਿਹੜੀ ਤੋਤਾ ਰਟਣ ਵਾਲੀ ਗੱਲ ਹੈ। ਰੂਹਾਨੀਅਤ ਵਿੱਚ ਨਹੀਂ ਇਸ ਤਰ੍ਹਾਂ ਚੱਲਦਾ। ਇਹਦੇ ਵਿੱਚ ਤਾਂ ਜਿੰਨੀ ਵਾਰ ਵੀ ਕਹਿ ਹੋ ਜਾਏ ਉਹ ਥੋੜ੍ਹਾ ਹੀ ਥੋੜ੍ਹਾ। ਐਵੇਂ ਨਹੀਂ ਦਾਨਿਆਂ ਨੇ ਕਿਹਾ
ਭਾਈ ਨੰਦ ਲਾਲ ਜੀ ਦਾ ਬਚਨ ਸੁਣੋ। ਹਰ ਸਰ ਮੋਇਮ ਜੁਬਾਂ ਕੁਨ ਅਜ਼ ਕਰਮ, ਹਰ ਸਰ ਮੋਇਮ ਜੁਬਾਂ ਕੁਨ ਅਜ਼ ਕਰਮ, ਤਾਂ ਬਗੋਇਮ ਵਸਪੇ ਹੱਕ ਰਾਹ ਦਮ ਬਦਮ, ਤਾਂ ਬਗੋਇਮ ਵਸਪੇ ਹੱਕ ਰਾਹ ਦਮ ਬਦਮ। ਭਾਈ ਨੰਦ ਲਾਲ ਜੀ ਫਰਮਾਉਂਦੇ ਆ ਵੀ ਮੇਰੇ ਹਰ ਇੱਕ ਰੋਮ ਨੂੰ, ਮੋਇਮ ਬਾਲਾਂ ਨੂੰ, ਬਾਲ ਨੂੰ ਕਹਿੰਦੇ ਮੂਏ ਫਾਰਸੀ 'ਚ, ਮੇਰੇ ਹਰ ਇੱਕ ਬਾਲ ਨੂੰ ਜਵਾਨ ਬਣਾ ਦੇ, ਜੁਬਾਂ ਕੁਨ ਅਜ਼ ਕਰਮ, ਇਹ ਕਿਰਪਾ ਕਰ ਮੇਰੇ ਪਰ, ਤਾਂ ਕਿ ਮੇਰਾ ਰੋਮ ਰੋਮ, ਮੇਰਾ ਹਰ ਇੱਕ ਕੇਸ, ਹਰ ਇੱਕ ਬਾਲ ਤੈਨੂੰ ਜਪੇ। ਇਹ ਹੈ ਗੁਰਮਤਿ। ਉਹ ਜਿਹੜੀ ਸੰਸਾਰੀ ਪੜ੍ਹੇ ਲਿਖੇ ਬੰਦਿਆਂ ਦੀ ਗੱਲ ਹੈ ਉਹ ਬਿਲਕੁਲ ਉਲਟੀ ਹੈ। ਉਹ ਨਹੀਂ ਸਮਝ ਸਕਦੇ ਇਸ ਗੁੱਝੇ ਭਾਵ ਨੂੰ ਗੁਰਬਾਣੀ ਦੇ ਨੂੰ, ਕਿਉਂਕਿ ਬਾਰ-ਬਾਰ ਜਦ ਕਿਸੇ ਚੀਜ਼ ਪਰ ਆਪਾਂ ਧਿਆਨ ਕੇਂਦਰਿਤ ਕਰੂੰਗੇ, ਜੇ ਆਸੀ ਸ਼ੀਸ਼ੇ ਦੀਆਂ ਕਿਰਨਾਂ ਵੀ ਇੱਕ ਜਗ੍ਹਾ ਪਾ ਦਈਏ ਆਪਾਂ, ਤਾਂ ਉੱਥੇ ਅੱਗ ਲੱਗ ਜਾਂਦੀ ਹੈ ਕਾਗਜ਼ ਨੂੰ। ਐਸੇ ਤਰੀਕੇ ਨਾਲ ਇਹ ਜਿਹੜੀ ਕੰਸਨਟ੍ਰੇਸ਼ਨ ਹੈ ਬਾਰ-ਬਾਰ ਜਪਣ ਦੀ, ਜੀਭਾ ਦੇ ਨਾਲ, ਰਸਨਾ ਨਾਮ ਜਪੋ ਤਬ ਮਥਿਆ ਇਨ ਵਿਦ ਅੰਮ੍ਰਿਤ ਪਾਵੋ, ਇਹ ਜਿਹੜਾ ਅੰਮ੍ਰਿਤ ਪਾਉਣਾ ਹੈ ਨਾਮ ਵਾਲਾ, ਇਹ ਜਪਣ ਤੋਂ ਬਿਨਾਂ ਨਹੀਂ ਪੈਣਾ, ਇਹ ਮਸਟ ਹੈ। ਤੋ ਸੰਸਾਰੀ ਬੁੱਧੀ ਭਾਵੇਂ ਜੋ ਮਰਜ਼ੀ ਕਹੇ, ਪਰ ਜੇਬਾ ਏਕ ਉਸਤਤ ਅਨੇਕ, ਫੇਰ ਵੀ ਉਸਤਤ ਥੋੜ੍ਹੀ ਰਹਿ ਜਾਊਗੀ। ਜੇ ਸਾਰੇ ਸਰੀਰ ਦੇ ਰੋਮ ਜਿਹੜੇ ਹੈਗੇ, ਬਾਲ ਹੈਗੇ, ਉਹ ਵੀ ਜੀਭਾ ਬਣ ਜਾਵੇ, ਫਿਰ ਵੀ ਉਹਦੀ ਉਸਤਤੀ ਥੋੜ੍ਹੀ ਹੈ। ਬਾਬਾ ਰਵਿਦਾਸ ਜੀ ਬਚਨ ਕਰਦੇ ਹੈ, ਸਰੀਰ ਅਰਧ ਹੈ ਮੋਕੋ ਵਿਚਾਰ ਦੇਹੂ, ਰਵਿਦਾਸ ਸਮਦਲ ਸਮਝਾਵੇ ਕੋ, ਮੇਰਾ ਸਾਰਾ ਹੀ ਸਰੀਰ ਤੈਨੂੰ ਅਰਧ ਹੈ। ਇਹਦੇ ਵਿੱਚ ਰੋਮ ਵੀ ਆ ਜਾਂਦੇ, ਬਾਕੀ ਅੰਗ ਹੈ, ਔਰਗਨਸ ਹੈ, ਉਹ ਵੀ ਆ ਜਾਂਦੇ, ਚਮੜੀ ਵੀ ਆ ਜਾਂਦੀ ਹੈ, ਹਰ ਇੱਕ ਚੀਜ਼ ਤੈਨੂੰ ਰੱਦ ਹੈ। ਜ਼ਬਾਨ ਨਾਲ ਵੀ ਤੇਰੀ ਆਰਾਧਨਾ ਕਰੀਏ, ਸੋਚ ਵਿਚਾਰ ਵਿੱਚ ਵੀ ਤੂੰ ਹੀ ਹੋਵੇਂ। ਤੋ ਜਿਹੜਾ ਬੰਦਾ ਇਸ ਤਰ੍ਹਾਂ ਕਰਦਾ ਮਹਾਂਪੁਰਸ਼, ਸਤਪੁਰਖ ਪੂਰਨ ਵਿਵੇਕ, ਉਹ ਸਤਪੁਰਖ ਬਣ ਜਾਂਦਾ ਹੈ, ਔਰ ਉਹਦੇ ਅੰਦਰ ਪੂਰਾ ਵਿਵੇਕ ਪ੍ਰਗਟ ਹੋ ਜਾਂਦਾ ਹੈ। ਵਿਵੇਕ ਕਈ ਵਾਰ ਵਿਚਾਰ ਆ ਲਈ ਵੀ ਜਿਹੜੀ ਸਾਡੀ ਅੰਦਰਲੀ ਬਰੀਕ ਬੁੱਧੀ ਹੈ, ਜਿਹੜੀ ਹਉਮੈ ਰਹਿਤ ਗਿਆਨ ਹੁੰਦਾ, ਉਹਨੂੰ ਵਿਵੇਕ ਕਿਹਾ ਜਾਂਦਾ। ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਅਗੰਮ ਅਗੋਚਰ ਪ੍ਰਭ ਨਿਰਵਾਨੀ, ਉਸ ਅਗੰਮ ਅਗੋਚਰ ਨਿਰਵਾਣ ਪ੍ਰਭ ਨੂੰ ਕੋਈ ਬੋਲ ਪਹੁੰਚ ਨਹੀਂ ਸਕਦਾ। ਕਿਵੇਂ? ਕਿਉਂਕਿ ਜਿਹੜਾ ਸਾਡਾ ਬੋਲ ਹੈ ਇਹ ਵੀ ਤ੍ਰੈ ਗੁਣਾਂ 'ਚੋਂ ਹੀ ਨਿਕਲਦਾ। ਜਦੋਂ ਬਾਰ-ਬਾਰ ਬੋਲੀ ਜਾਵਾਂਗੇ, ਸੰਗਤ ਦੀ ਕਿਰਪਾ ਵਰਸੂ, ਗੁਰਬਾਣੀ ਦੀ, ਗੁਰੂ ਦੀ ਕਿਰਪਾ ਵਰਸੂਗੀ, ਫਿਰ ਇਸੇ ਤ੍ਰੈ ਗੁਣ ਤੋਂ ਸ਼ੁਰੂ ਹੋ ਕੇ ਅਸੀਂ ਰੂਹਾਨੀਅਤ ਵਿੱਚ ਪਹੁੰਚ ਜਾਣਾ। ਇਹ ਗੁਰਮਤਿ ਦਾ ਫਲਸਫਾ ਹੈ। ਸ਼ੁਰੂਆਤ ਹੁਣ ਜੀਭ ਹੈ ਜਿਹੜੀ ਸਾਡੀ, ਇਹ ਵੀ ਤਾਂ ਤਿੰਨਾਂ ਗੁਣਾਂ ਵਿੱਚ ਹੀ ਹੈ। ਇਹ ਸਪਿਰਚੁਅਲ ਤਾਂ ਹੈ ਨਹੀਂ ਜੀਭ, ਜਿੰਨਾ ਚਿਰ ਇਹਦੇ ਅੰਦਰ ਨਾਮ ਨਹੀਂ ਪ੍ਰਗਟ ਹੁੰਦਾ। ਇਹ ਮਾਇਆਵੀ ਹੈ। ਸ਼ੁਰੂਆਤ ਮਾਇਆ ਵੱਲੋਂ ਹੀ ਹੋਣੀ ਹੈ। ਸਰੀਰ ਵੀ ਮਾਇਆਵੀ ਹੈ, ਰਸਨਾ ਵੀ ਮਾਇਆਵੀ ਹੈ। ਇਹਦੇ ਨਾਲ ਸ਼ੁਰੂ ਹੋ ਕੇ ਤਾਂ ਰੂਹਾਨੀਅਤ ਪ੍ਰਗਟ ਹੋਣੀ ਹੈ। ਜੇ ਅਸੀਂ ਸੰਸਾਰੀ ਤੌਰ 'ਤੇ ਕੁਛ ਬੋਲੀਏ ਫਿਰ ਨਹੀਂ ਉਹਨੂੰ ਪਹੁੰਚ ਸਕਦਾ, ਕਿਉਂਕਿ ਉਹ ਅਗੰਮ ਅਗਾਧ ਹੈ, ਉਹਦੇ ਥਾਈਂ ਪਹੁੰਚ ਨਹੀਂ ਕਿਸੇ ਦੀ ਹੈ। ਸਤਿਗੁਰੂ ਵੀ ਅਗੰਮ ਹੈ, ਅਗਾਧ ਹੈ, ਪਰਮਾਤਮਾ ਤਾਂ ਅਗੰਮ ਅਗਾਧ ਹੈ ਹੀ ਹੈ। ਸਾਧ ਸੰਗਤ ਜੀ, ਆਪਾਂ ਗੁਰੂ ਨੂੰ ਸ਼ਾਇਦ ਐਂ ਸਮਝ ਲੈਂਦੇ ਹਾਂ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਹੈ, ਵੀ ਸ਼ਾਇਦ ਅਸੀਂ ਜਾਂਦੇ ਹਾਂ ਉਹਨਾਂ ਕੋਲ, ਸਾਨੂੰ ਤਾਂ ਮਿਲ ਗਏ ਉਹ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਤੱਕ ਪਹੁੰਚ ਕਰਨੀ ਬਹੁਤ ਮੁਸ਼ਕਿਲ ਹੈ। ਸੰਗਤ ਵਿੱਚ ਬਹੁਤ ਕਿਰਪਾ ਵਰਸ ਜਾਵੇ ਕਿਸੇ ਦੇ ਉੱਪਰ, ਫਿਰ ਉਹ ਮਿਲ ਸਕਦਾ, ਨਹੀਂ ਤਾਂ ਨਹੀਂ ਮਿਲ ਸਕਦਾ। ਸਤਿਗੁਰ ਅਗੰਮ ਕਹੋ ਕਿਉਂ ਲਖੀਐ, ਜਿਸ ਬਖਸ਼ੇ ਤਿਸੈ ਪਛਾਤਾ ਹੈ। ਉਹ ਗੁਰੂ ਦੇ ਅੰਦਰ ਜੋ ਕੁਛ ਹੋ ਰਿਹਾ ਹੁੰਦਾ, ਜਾਂ ਸੰਤ ਪੁਰਸ਼ ਦੇ, ਸਤਪੁਰਖ ਦੇ ਅੰਦਰ ਜੋ ਕੁਛ ਹੋ ਰਿਹਾ ਹੁੰਦਾ, ਉਹ ਉਹਨੂੰ ਬੰਦਾ ਕਿਵੇਂ ਸਮਝ ਲਵੇ? ਤ੍ਰੈਗੁਣੀ ਬੁੱਧੀ ਚੌਥੇ ਵਾਲੇ ਨੂੰ ਕਿਵੇਂ ਸਮਝੂਗੇ? ਸੋ ਕੋਈ ਬੋਲ ਉਹਨੂੰ ਨਹੀਂ ਪਹੁੰਚ ਸਕਦਾ। ਇੱਦਾਂ ਇੱਕ ਤਰੀਕਾ ਹੈ, ਉਸ ਤਰ੍ਹਾਂ ਕਰਨਾ ਪਊ। ਜਿਵੇਂ ਮੱਖਣ ਨੂੰ ਰਿੜਕੀ ਜਾਓ, ਆਪਣਾ ਦੁੱਧ ਨੂੰ ਰਿੜਕੀ ਜਾਓ, ਨਹੀਂ ਮੱਖਣ ਨਿਕਲਣਾ, ਭਾਵੇਂ ਕਈ ਦਿਨ ਲੱਗੇ ਰਹੋ। ਜੇ ਵਿੱਚ ਜਾਗ ਪਾਵਾਂਗੇ, ਵਿਧੀ ਅਨੁਸਾਰ ਤੱਤਾ ਠੰਡਾ ਕਰਕੇ ਵਿੱਚ ਪਾਇਆ ਜਾਊ ਦੁੱਧ, ਫਿਰ ਮੱਖਣ ਰਿੜਕ ਕੇ ਬਾਹਰ ਨਿਕਲੂਗਾ। ਤਾਂ ਕੋਈ ਵਿਧੀ ਹੈ। ਨਿਰਾਹਾਰ ਨਿਰਵੈਰ ਸੁਖਦਾਈ, ਪ੍ਰਭੂ ਬਿਨਾਂ ਭੋਜਨ ਤੋਂ ਹੈ, ਉਹਨੂੰ ਭੋਜਨ ਦੀ ਲੋੜ ਨਹੀਂ ਪੈਂਦੀ ਹੈ। ਨਿਰਵੈਰ ਵੀ ਹੈ, ਸੁਖਦਾਈ ਵੀ ਹੈ, ਤਾਂ ਕਿ ਕੀਮਤ ਕਿਨੈ ਨਾ ਪਾਈ। ਉਸ ਦੀ ਕੀਮਤ ਕੌਣ ਪਾ ਸਕਦਾ? ਅਸੀਂ ਸਾਰੇ ਨਿਰਾਹਾਰ ਦੇ ਆਸਰੇ, ਆਪਣੇ ਆਹਾਰ ਦੇ ਆਸਰੇ ਹਾਂ, ਰੋਟੀ ਪਾਣੀ ਖਾਂਦੇ, ਭੋਜਨ ਰੋਜ਼ ਖਾਂਦੇ, ਘੰਟੇ ਘੰਟੇ ਬਾਅਦ ਲੋੜ ਪੈਂਦੀ ਹੈ ਸਾਨੂੰ ਕੁਛ ਨਾ ਕੁਛ ਖਾਣ ਦੀ। ਪਰਮਾਤਮਾ ਨਿਰਾਹਾਰ ਹੈ, ਉਹਨੂੰ ਉਹ ਇਸ ਤਰ੍ਹਾਂ ਹੀ ਹੈ, ਉਹਨੂੰ ਕੋਈ ਲੋੜ ਨਹੀਂ ਭੋਜਨ ਦੀ।
ਅਨੇਕ ਭਗਤ ਬੰਦਨ ਨਿਤ ਕਰੈ। ਅਨੇਕਾਂ ਹੀ ਭਗਤ ਰੋਜ਼ ਉਹਦੀ ਬੰਦਨਾ ਕਰਦੇ, ਬੰਦਗੀ ਕਰਦੇ। ਚਰਨ ਕਮਲ ਹਿਰਦੈ ਸਿਮਰੈ। ਉਹਦੇ ਚਰਨ ਕਮਲਾਂ ਨੂੰ, ਕਮਲ ਵਰਗੇ ਚਰਨਾਂ ਨੂੰ ਹਿਰਦੇ ਦੇ ਵਿੱਚ ਧਿਆਉਂਦੇ ਆ। ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਆਪਣੇ ਸਤਿਗੁਰੂ ਤੋਂ ਸਦਾ ਹੀ ਬਲਿਹਾਰ ਜਾਈਏ, ਸੈਂਕੜੇ ਵਾਰ ਬਲਿਹਾਰ ਜਾਈਏ। ਜਿਹਦੀ ਕਿਰਪਾ ਦੇ ਨਾਲ ਅਜਿਹੇ ਪ੍ਰਭੂ ਨੂੰ ਆਪਾਂ ਸਿਮਰਦੇ ਹਾਂ ਜਿਹੜਾ ਅਗਾਧ ਬੋਧ ਹੈ, ਜਿਹੜਾ ਦਿਖਦਾ ਹੀ ਕੋਈ ਨਹੀਂ, ਜਿਹਦੀ ਸੁਣ ਕੇ ਹੀ ਆਪਾਂ ਭਗਤੀ ਕਰਦੇ ਹਾਂ, ਗੁਰੂ ਦੇ ਬਚਨ ਸੁਣ ਕੇ। ਕਿਉਂਕਿ ਪ੍ਰਭੂ ਤਾਂ ਦਿਖਾਈ ਦਿੰਦਾ ਨਹੀਂ ਇਸ ਤਰ੍ਹਾਂ, ਉਦੋਂ ਦਿਖਾਈ ਦੇਵੇਗਾ ਜਦੋਂ ਤੀਜੀ ਅੱਖ, ਤੀਜਾ ਨੇਤਰ ਖੁੱਲ੍ਹੇਗਾ, ਗੁਰੂ ਖੋਲ੍ਹੂਗਾ। ਉਸ 'ਤੇ ਉਰੇ ਜੋ ਕਰਨਾ ਹੈ ਉਹ ਸੁਣ ਕੇ ਹੀ ਕਰਨਾ ਹੈ। ਕੱਲ੍ਹ ਵਿਚਾਰ ਕਰੀ ਸੀਗੀ ਵੀ ਇਹ ਸ਼ਰਵਣ ਭਗਤੀ ਹੈ ਜਿਹੜੀ ਗੁਰਮਤਿ ਹੈ। ਇਹ ਹਰ ਰਸ ਪਾਵੈ ਜਨ ਕੋਏ। ਜਿਹੜਾ ਇਹ ਰਸ ਹੈ ਅੰਦਰ ਵਾਲਾ, ਇਹ ਕੋਈ ਜਨ ਵਿਰਲਾ ਪਾਉਂਦਾ। ਅੰਮ੍ਰਿਤ ਪੀਵੈ ਅਮਰ ਸੋ ਹੋਏ। ਜਿਹਨੇ ਇਹ ਅੰਮ੍ਰਿਤ ਛਕ ਲਿਆ, ਨਾਮ ਪ੍ਰਗਟ ਕਰ ਲਿਆ ਅੰਦਰ, ਜਵਾਨ ਰਸਨਾ ਹਰ ਵਕਤ ਵਾਹਿਗੁਰੂ 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 ਕਹਿਣ ਲੱਗ ਪਈ, ਰਸ ਆਉਣ ਲੱਗ ਗਿਆ, ਉਸੇ ਨੇ ਅਮਰ ਹੋਣਾ। ਉਹ ਅਮਰ ਹੋ ਜਾਂਦਾ। ਫਿਰ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼। ਫਿਰ ਉਸ ਪੁਰਖ ਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ। ਸਾਧ ਸੰਗਤ ਜੀਓ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇਹ ਤੁਕ ਜਦੋਂ ਮਸਕੀਨ ਜੀ ਦਾ ਅੰਤਮ ਚਲਾਣਾ ਹੋਇਆ ਹੈ, ਉੱਥੇ ਇਹ ਤੁਕ ਲਿਖੀ ਹੋਈ ਸੀ। ਕਿਸੇ ਪੁਰਸ਼ ਨੇ ਇਹਦੇ ਉੱਤੇ ਟਿੱਪਣੀ ਵੀ ਕਰੀ ਹੈ ਨੈੱਟ ਪਰ, ਬਈ ਬ੍ਰਹਮ ਗਿਆਨੀ ਤਾਂ ਰੱਬ ਹੁੰਦਾ, ਵੀ ਮਸਕੀਨ ਨੂੰ ਕਿਉਂ ਕਿਹਾ ਜਾ ਰਿਹਾ। ਇਹ ਅਲਪ ਬੁੱਧੀ ਹੈ, ਇਹ ਬਾਹਰੀ ਅੱਖਰੀ ਗਿਆਨ ਹੈ। ਜੇ ਉਹ ਇੱਕ ਤੁਕ ਤੋਂ ਲੱਗਦਾ ਸੀ ਇਸ ਤਰ੍ਹਾਂ, ਤਾਂ ਆਹ ਤੁਕ ਪੜ੍ਹ ਲਵੇ, ਉਸ ਪੁਰਖ ਕਾ ਨਾਹੀ ਕਦੇ ਵਿਨਾਸ਼। ਜਾਂ ਨੌਵੇਂ ਪਾਤਸ਼ਾਹ ਫਰਮਾਉਂਦੇ ਆ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਸਾਧੂ ਕਦੇ ਨਹੀਂ ਮਰਦਾ, ਅਮਰ ਹੁੰਦਾ। ਤਾਂ ਮਸਕੀਨ ਜੀ ਦੀ ਅਵਸਥਾ ਵੀ ਸਾਧੂਆਂ ਵਾਲੀ ਸੀਗੀ। ਕਿਆ ਗੁਨਾਹ ਕਰਤਾ ਸੰਗਤ ਨੇ, ਸਾਰੇ ਜਥੇਦਾਰਾਂ ਨੇ, ਪੰਜਾਂ ਨੇ ਉੱਥੇ ਗਏ ਹੋਏ ਸੀਗੇ, ਅਕਾਲੀ ਨੇਤਾ ਵੀ ਗਏ ਹੋਏ ਸੀ, ਬਹੁਤ ਸਾਰੇ ਸਿੱਖ ਵੀ ਗਏ ਹੋਏ ਸੀਗੇ। ਇਹ ਸਾਡੀ ਅਲਪ ਬੁੱਧੀ ਹੈ ਜਿਹੜੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੀ ਹੈ। ਮਹਾਰਾਜ ਜਦੋਂ ਸਾਨੂੰ ਸੋਝੀ ਦੇਵੇ, ਨਹੀਂ ਉਹਨਾਂ ਨੂੰ ਸੋਝੀ ਦੇਵੇ ਜਿਹੜੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ। ਜਾਂ ਕੈ ਮਨ ਪ੍ਰਗਟੇ ਗੁਣਤਾਸ। ਉਸ ਪੁਰਖ ਦਾ ਕਦੇ ਵਿਨਾਸ਼ ਨਹੀਂ ਜਿਹਦੇ ਮਨ ਵਿੱਚ ਪਰਮਾਤਮਾ ਪ੍ਰਗਟ ਹੋ ਜਾਂਦਾ। ਗੁਣਤਾਸ, ਗੁਣਾਂ ਦਾ ਖਜ਼ਾਨਾ, ਬਹੁਤ ਗੁਣਾਂ ਵਾਲਾ। ਜਿਵੇਂ ਕਹਿ ਦਿੰਦੇ ਵੀ ਇਹ ਸ਼ੱਕਰ ਦੀ ਬੋਰੀ ਹੈ, ਜਾਂ ਆਨੰਦੋ ਭਵਿਆ ਤੋਂ ਆਨੰਦੀ ਭਵਿਆ ਬਣਦਾ। ਆਨੰਦੋ ਭਵਿਆ ਪਰਮਾਤਮਾ, ਆਨੰਦੀ ਭਵਿਆ ਜਿਹਦੇ ਕੋਲ ਉਸ ਆਨੰਦ ਵਿੱਚੋਂ ਇੱਕ ਹਿੱਸਾ ਆ ਗਿਆ ਹੋਇਆ, ਉਸ ਗੁਣਾਂ ਦੇ ਖਜ਼ਾਨੇ 'ਚੋਂ ਇੱਕ ਗੁਣ ਆ ਗਿਆ ਹੋਇਆ ਨਾਮ ਜਪਣ ਦਾ। ਆਠ ਪਹਿਰ ਹਰਿ ਕਾ ਨਾਮ ਲੈ। ਅੱਠੇ ਪਹਿਰ ਹਰੀ ਦਾ ਨਾਮ ਲੈਂਦਾ। ਸੱਚ ਉਪਦੇਸ਼ ਸੇਵਕ ਕੋ ਦੇ। ਉਹ ਅੱਠੇ ਪਹਿਰ ਪਰਮਾਤਮਾ ਦਾ ਨਾਮ ਵੀ ਲੈਂਦਾ, ਜਪਦਾ ਹੈ, ਔਰ ਆਪਣੇ ਸੇਵਕਾਂ ਨੂੰ ਵੀ ਸੱਚਾ ਉਪਦੇਸ਼ ਦਿੰਦਾ ਹੈ। ਸਾਧ ਸੰਗਤ ਜੀ, ਉਹ ਇਹ ਆਠ ਪਹਿਰ ਦੇ ਬਾਰੇ 'ਚ ਵੀ ਬੁੱਧੀ ਜਿਹੜੀ ਹੈ ਉਹ ਚਕਰਿਤ ਹੁੰਦੀ ਹੈ, ਵੀ ਇੱਕਣ ਕਿਵੇਂ ਅਸੀਂ ਖਾਣਾ ਪੀਣਾ, ਹੋਰ ਜ਼ਿੰਦਗੀ ਦੇ ਕਰਮ ਕਰਨੇ ਸਭ, ਵੀ ਕਿੱਕਣ ਕਰਿਆ ਜਾ ਸਕਦਾ। ਬਿਲਕੁਲ ਹੋ ਸਕਦਾ। ਪਾਤਸ਼ਾਹ ਕਦੇ ਝੂਠ ਨਹੀਂ ਬੋਲਦੇ। ਜਿਹਨੇ ਤਵੀ ਪਰ ਬੈਠਣਾ ਕਬੂਲ ਕਰ ਲਿਆ, ਉਹ ਝੂਠ ਨਹੀਂ ਕਹਿ ਸਕਦੇ ਕਦੇ ਵੀ। ਜਿਹਨੇ ਸਿਰਾਂ ਦੇ ਉੱਤੇ ਆਰੇ ਚਲਵਾ ਲਏ, ਤਵੀਆਂ 'ਤੇ ਬੈਠ ਗਏ, ਉਹ ਕਦੇ ਗਲਤ ਨਹੀਂ ਕਹਿ ਸਕਦੇ। ਉਹ ਅੱਠ ਪਹਿਰ ਦਾ ਮਤਲਬ ਇਹੀ ਹੈ ਵੀ ਸਾਨੂੰ ਉਹਦਾ ਐਕਸਪੀਰੀਅੰਸ ਨਹੀਂ, ਅਭਿਆਸ ਨਹੀਂ। ਜਦੋਂ ਸਾਧ ਸੰਗਤ ਜੀ ਸਾਡਾ ਸਾਹ ਚੱਲ ਸਕਦਾ ਅੱਠੇ ਪਹਿਰ, ਰਾਤ ਨੂੰ ਸੁੱਤੇ ਪਿਆਂ ਦਾ ਵੀ ਧੜਕਣ ਚੱਲ ਸਕਦੀ ਹੈ, ਦਿਲ ਦੀ ਨਾੜੀ ਚੱਲਦੀ ਹੈ, ਦਿਲ ਚੱਲਦਾ ਹੈ, ਉਹ ਵੀ ਤਾਂ ਚੱਲਦਾ ਸੁੱਤੇ ਪਿਆਂ ਦਾ। ਤਾਂ ਨਾਮ ਵੀ ਚੱਲਦਾ ਭਗਤਾਂ ਦੇ ਅੰਦਰ। ਕਿਵੇਂ? ਜੇ ਆਪਾਂ ਇਹਨੂੰ ਬਾਹਰਲੀ ਅੱਖ ਤੋਂ ਵੀ ਦੇਖੀਏ, ਸਾਇੰਸ ਦੀ ਤੋਂ ਵੀ, ਤਾਂ ਜਿਹੜੀਆਂ ਇਹ ਇਨਵਲੰਟਰੀ ਕਿਰਿਆਵਾਂ ਹੈ, ਸਾਹ ਦਾ ਚੱਲਣਾ, ਧੜਕਣ ਦਾ ਚੱਲਣਾ, ਜਾਂ ਨਾਮ ਦਾ ਚੱਲਣਾ, ਇਹ ਸਾਰੀਆਂ ਸੰਚਾਲਿਤ ਹੁੰਦੀਆਂ ਮਡੂਲਾ ਓਬਲੰਗੇਟਾ। ਇੱਕ ਜਗ੍ਹਾ ਹੈ ਦਿਮਾਗ ਦੀ, ਚੌਥਾ ਹਿੱਸਾ, ਚਾਰ ਹਿੱਸੇ ਹੁੰਦੇ ਦਿਮਾਗ ਦੇ, ਜਿਹੜਾ ਸਭ ਤੋਂ ਹੇਠਲਾ ਹਿੱਸਾ ਗਰਦਨ ਦੇ ਉੱਪਰ ਹੈ, ਉਹਨੂੰ ਮਡੂਲਾ ਓਬਲੰਗੇਟਾ ਕਹਿੰਦੇ ਆ। ਇਹ ਉੱਥੋਂ ਸੰਚਾਲਿਤ ਹੁੰਦੀਆਂ। ਇਹ ਤਾਂ ਸਾਇੰਸਦਾਨਾਂ ਨੇ ਖੋਜ ਕਰ ਲਈ ਹੈ ਵੀ ਜਿਹੜਾ ਸਾਹ ਦਾ ਚੱਲਣਾ ਅੱਠੇ ਪਹਿਰ ਸੁੱਤੇ ਪਿਆਂ 'ਤੇ ਵੀ, ਜਾਂ ਧੜਕਣ ਦਾ ਚੱਲਣਾ, ਦਿਲ ਦਾ ਚੱਲਣਾ, ਇਹ ਮਡੂਲਾ ਓਬਲੰਗੇਟਾ ਤੋਂ ਸੰਚਾਲਿਤ ਹੁੰਦਾ। ਤਾਂ ਨਾਮ ਵੀ ਉੱਥੋਂ ਹੀ ਸੰਚਾਲਿਤ ਹੁੰਦਾ। ਕੋਈ ਅੱਲੋਕਾਰੀ ਗੱਲ ਨਹੀਂ ਹੈ। ਸੁੱਤੇ ਪਿਆਂ ਨੂੰ ਨਾਮ ਚੱਲਣਾ, ਜਾਂ ਨਾਮ ਦੇ ਹੀ ਸੁਪਨੇ ਆਉਣੇ, ਨਾਮ ਦੀ ਵਡਿਆਈ ਮਨ ਵਿੱਚ ਹਿਰਦੇ 'ਚ ਆਈ ਜਾਣੀ, ਇਹ ਦਿਸ ਇਜ਼ ਵੈਰੀ ਮੱਚ ਪੋਸੀਬਲ। ਪਰ ਉਹਨਾਂ ਖਾਤਰ ਜਿਹੜੇ ਉਹਦੇ ਹੋ ਗਏ, ਜਿਨ੍ਹਾਂ ਦੇ ਅੰਦਰ ਨਾਮ ਚੱਲ ਪਿਆ। ਦੁਨਿਆਵੀ ਸੋਚ ਨਹੀਂ ਇਹ ਸੋਚ ਸਕਦੀ।
ਸੱਚ ਉਪਦੇਸ਼ ਸੇਵਕ ਕੋ ਦੇ। ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ। ਮੋਹ ਮਾਇਆ ਦੇ ਨਾਲ ਉਹਦਾ ਕੋਈ ਲੇਪ ਨਹੀਂ ਚੜ੍ਹਦਾ ਹੈ, ਬਿਲਕੁਲ ਵੀ ਉਹ ਦੂਰ ਹੁੰਦਾ ਮੋਹ ਮਾਇਆ ਤੋਂ। ਮਨ ਮੈਂ ਰਾਖੈ ਹਰ ਹਰ ਏਕ, ਮਨ ਦੇ ਵਿੱਚ ਇੱਕ ਹਰੀ ਨੂੰ ਵਸਾਇਆ ਹੋਇਆ ਹੁੰਦਾ ਉਹਨੇ, ਵਨਨੈਸ, ਦੂਜੀ ਗੱਲ ਨਹੀਂ ਕੋਈ ਵੀ। ਸਾਧ ਸੰਗਤ ਜੀ, ਉਹ ਜਿਹੜਾ ਮੋਹ ਹੈ, ਮੋਹ ਵੀ ਚਾਰ ਕਿਸਮ ਦਾ ਦਾਨਿਆਂ ਨੇ ਵਰਣਨ ਕਰਿਆ ਇਹਦਾ। ਇੱਕ ਤਾਂ ਹੁੰਦਾ ਤਾਮਸੀ ਮੋਹ, ਦੂਜੇ ਦਾ ਖਿਡੌਣਾ ਖੋਹ ਕੇ ਆਪਣੇ ਬੱਚੇ ਨੂੰ ਦੇ ਦੇਣਾ, ਜਾਂ ਕਿਸੇ ਦੇ ਦੋ ਥੱਪੜੇ ਮਾਰ ਕੇ ਉਹ ਤੋਂ ਕੋਈ ਚੀਜ਼ ਖੋਹ ਲੈਣੀ ਫਿਰ ਆਪਣੇ ਨੂੰ ਦੇ ਦੇਣੀ, ਇਹ ਮੋਹ ਹੈ ਤਾਮਸੀ। ਰਾਜਸੀ ਮੋਹ ਹੁੰਦਾ ਲੀਡਰਾਂ ਵਿੱਚ, ਆਪਣੇ ਪੁੱਤਰ ਮੋਹ ਦੇ ਜਾਲ 'ਚ ਫਸ ਕੇ ਬਹੁਤ ਤਰੀਕੇ ਨਾਲ ਉਹਨੂੰ ਸੱਤਾ ਹਥਿਆ ਕੇ ਉਹਨੂੰ ਦੇ ਦੇਣੀ, ਜਿਵੇਂ ਅੱਜ ਕੱਲ੍ਹ ਸੰਸਾਰ 'ਚ ਹੋ ਰਿਹਾ, ਇੰਡੀਆ 'ਚ ਖਾਸ ਕਰਕੇ ਹੈ। ਇੰਦਰਾ ਦੁਆਰਾ, ਬਾਦਲ ਦੁਆਰਾ, ਜਾਂ ਹੋਰ ਵੀ ਜਿਹੜੇ ਹੈ ਲੀਡਰ, ਉਹ ਆਪਣੇ ਪੁੱਤਰਾਂ ਨੂੰ ਧੀਆਂ ਨੂੰ ਮੂਹਰੇ ਕਰਦੇ ਆ, ਰਿਸ਼ਤੇਦਾਰਾਂ ਨੂੰ ਮੂਹਰੇ ਕਰਦੇ ਆ, ਉਹ ਰਾਜਸੀ ਮੋਹ ਹੈ। ਉਹ ਪਤਾ ਵੀ ਨਹੀਂ ਲੱਗਦਾ, ਉਹ ਤਰੀਕੇ ਨਾਲ ਕਰਦੇ ਆ। ਥੋੜ੍ਹਾ ਜਿਹਾ ਜਿਹੜਾ ਦਾ ਤਾਮਸੀ ਹੁੰਦਾ ਉਹਦਾ ਤਾਂ ਪਤਾ ਲੱਗ ਜਾਂਦਾ ਵੀ ਜ਼ਬਰਦਸਤੀ ਕਰੀਏ, ਇੱਧਰ ਪਤਾ ਵੀ ਨਹੀਂ ਲੱਗਦਾ ਲੇਕਿਨ ਹੋ ਉਸ ਤਰ੍ਹਾਂ ਹੀ ਰਿਹਾ। ਤੋ ਪੁੱਤਰ ਮੋਹ ਵਿੱਚ ਬਹੁਤ ਗਲਤੀਆਂ ਹੁੰਦੀਆਂ। ਧ੍ਰਿਤਰਾਸ਼ਟਰ ਨੇ ਪੁੱਤਰ ਮੋਹ ਕਰਿਆ ਸੀ, ਮਹਾਭਾਰਤ ਹੋਈ। ਫਿਰ ਫਿਰ ਅੱਗੇ ਆਉਂਦਾ ਸਤੋਗੁਣੀ ਮੋਹ। ਸਤੋਗੁਣੀ ਮੋਹ ਹੁੰਦਾ ਸਾਧ ਸੰਗਤ ਜੀਓ, ਵਿਦਵਾਨੋ, ਪਤਵੰਤਿਓ, ਬਈ ਜਿਵੇਂ ਕੋਈ ਨਾ ਕੋਮਲ ਕਲਾਵਾਂ ਹੁੰਦੀਆਂ, ਬੁੱਤ ਘਾੜੇ ਹੋਏ, ਕਵੀ ਹੋਏ, ਨਰਤਕੀ ਹੋਈ, ਕੋਈ ਇਸ ਤਰ੍ਹਾਂ ਦੀ ਜਿਹੜੀ ਕੋਈ ਕਲਾ ਹੈ, ਇਹ ਜਿਹੜੀਆਂ ਕੋਮਲ ਕਲਾਵਾਂ ਇਹਦੇ ਕਰਕੇ ਮੋਹ ਹੋ ਜਾਣਾ, ਇਹ ਸਤੋਗੁਣੀ ਮੋਹ ਹੁੰਦਾ। ਜਿਹੜਾ ਤੁਰਿਆ ਪਦ ਵਾਲਾ ਮੋਹ ਹੈ, ਚੌਥੇ ਕਿਸਮ ਦਾ ਮੋਹ ਹੈ, ਉਹ ਮੋਹ ਹੁੰਦਾ ਹੀ ਨਹੀਂ, ਉਹ ਪ੍ਰੇਮ ਹੁੰਦਾ ਅਸਲ 'ਚ। ਉਹ ਮੋਹ ਪ੍ਰੇਮ 'ਚ ਬਦਲ ਚੁੱਕਿਆ ਹੁੰਦਾ। ਕਿਵੇਂ? ਕਿਸੇ ਗੁਰੂ ਦਾ ਆਪਣੇ ਚੇਲਿਆਂ ਪ੍ਰਤੀ ਜਿਹੜਾ ਮੋਹ ਹੁੰਦਾ ਉਹ ਪ੍ਰੇਮ ਹੁੰਦਾ, ਉਹਦੇ 'ਚ ਦੇਣ ਲੈਣ ਦੀ ਇੱਛਾ ਨਹੀਂ ਹੁੰਦੀ ਕੋਈ ਵੀ। ਜਿਹੜੀ ਮਾਂ ਮੋਹ ਕਰਦੀ ਹੈ, ਬੱਚੇ ਨੂੰ ਪਾਲਦੀ ਹੈ, ਉਹ ਵੀ ਸਤੋਗੁਣੀ ਮੋਹ ਹੈ। ਉਹਦੇ ਪਿੱਛੇ ਵੀ ਭਾਵਨਾ ਜੁੜੀ ਹੋਈ ਹੈ, ਕੋਈ ਨਾ ਕੋਈ ਖਿਆਲ ਵੀ ਮੇਰਾ ਬੜਾ ਹੋ ਕੇ ਲੜਕਾ ਮੇਰੀ ਸੇਵਾ ਕਰੂਗਾ, ਤਰੱਕੀ ਕਰੂੰਗਾ, ਮੇਰੀ ਤਰੱਕੀ ਹੋਊ ਪਰਿਵਾਰ ਦੀ। ਜਿਹੜਾ ਗੁਰੂ ਦਾ ਸਨੇਹ ਹੈ ਚੇਲਿਆਂ ਪ੍ਰਤੀ ਮੋਹ, ਉਹ ਰੂਹਾਨੀ ਹੁੰਦਾ, ਉਹ ਪ੍ਰੇਮ ਵਿੱਚ ਬਦਲਿਆ ਹੋਇਆ ਹੁੰਦਾ। ਇਹ ਹੈ ਮੋਹ ਦੇ ਚਾਰ ਕਿਸਮਾਂ, ਕਾਮ ਦੀਆਂ ਵੀ ਚਾਰ, ਕ੍ਰੋਧ ਦੀਆਂ ਵੀ ਚਾਰ, ਹੰਕਾਰ ਦੀਆਂ ਵੀ ਚਾਰ। ਮਨ ਮੈਂ ਰਾਖੈ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੇ। ਅੰਧਕਾਰ ਦੇ ਵਿੱਚ ਦੀਵਾ ਜਿਵੇਂ ਚਾਨਣਾ ਕਰਦਾ ਹੈ, ਐਸੇ ਤਰੀਕੇ ਨਾਲ ਮਨ ਦੇ ਵਿੱਚ ਜਿਹੜਾ ਇੱਕ ਪਰਮਾਤਮਾ ਪ੍ਰਗਟ ਹੋ ਜੇ, ਉਹ ਚਾਨਣਾ ਕਰਦਾ, ਫਿਰ ਉਹਦਾ ਨਾਮ ਚਾਨਣਾ ਕਰਦਾ। ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ। ਅਜਿਹੇ ਮਨ ਵਿੱਚੋਂ ਭਰਮ ਮੋਹ ਦੁੱਖ ਸਭ ਭੱਜ ਜਾਂਦੇ। ਤਪਤ ਮਾਹੇ ਠੰਡ ਵਰਤਾਈ। ਤਪਦੇ ਸੰਸਾਰ ਦੇ ਵਿੱਚ ਠੰਡ ਵਰਤਾਈ ਜਾਂਦੀ ਹੈ ਐਸੇ ਮਹਾਂਪੁਰਸ਼ ਦੁਆਰਾ। ਉਹਦੇ ਹਿਰਦੇ ਵਿੱਚ ਠੰਡ ਵਰਤਦੀ ਹੁੰਦੀ, ਤਵੀ ਵੀ ਤੱਤੀ, ਰੇਤਾ ਵੀ ਤੱਤਾ, ਅੱਗ ਵੀ ਤੱਤੀ, ਲੇਕਿਨ ਹਿਰਦਾ ਸ਼ਾਂਤ। ਆਨੰਦ ਭਇਆ ਦੁੱਖ ਨਾਠੇ ਭਾਈ। ਦੁੱਖ ਭੱਜ ਜਾਂਦੇ, ਆਨੰਦ ਹੋ ਜਾਂਦਾ ਪ੍ਰਾਪਤ। ਜਨਮ ਮਰਨ ਕੇ ਮਿਟੇ ਅੰਦੇਸੇ। ਸਭ ਡਰ ਮਿਟ ਜਾਂਦੇ ਜਨਮ ਮਰਨ ਦੇ, ਸਾਧੂ ਕੇ ਪੂਰਨ ਉਪਦੇਸੇ। ਸਾਧੂ ਦੇ ਪੂਰੇ ਉਪਦੇਸ਼ ਨਾਲ। ਭਉ ਚੁੱਕਾ ਨਿਰਭਉ ਹੋਏ ਬਸੇ। ਜਿਹਦਾ ਭਉ ਚੁੱਕਿਆ ਜਾਂਦਾ ਔਰ ਨਿਰਭਉ ਹੋ ਜਾਂਦਾ, ਉਹ ਦੁਨਿਆਵੀ ਡਰ ਖਤਮ ਹੋ ਜਾਂਦਾ ਹੈ। ਰੂਹਾਨੀ ਭਉ, ਨਿਰਮਲ ਭਉ ਅੰਦਰ ਪੈਦਾ ਹੋ ਜਾਂਦਾ। ਸਗਲ ਵਿਆਧ ਮਨ ਤੇ ਖੈ ਨਸੇ। ਸਾਰੀ ਆਦੀਆਂ ਵਿਆਧੀਆਂ ਉਪਾਧੀਆਂ ਮਨ ਤੋਂ ਸਭ ਦੂਰ ਭੱਜ ਜਾਂਦੀਆਂ। ਜਿਸ ਕਾ ਸਾਧ ਤਿਨ ਕਿਰਪਾ ਧਾਰੀ। ਸਾਧ ਸੰਗ ਜਪ ਨਾਮ ਮੁਰਾਰੀ। ਜਿਹਦਾ ਇਹ ਸਾਰਾ ਕੁਛ ਹੈ ਪਰਮਾਤਮਾ ਦਾ, ਉਹਨੇ ਕਿਰਪਾ ਕਰ ਦਿੱਤੀ ਹੈ। ਆ ਸਾਧੂ ਦੀ ਸੰਗਤ ਦੇ ਵਿੱਚ ਨਾਮ ਜਪਿਆ ਜਾਂਦਾ ਹੈ। ਥਿਤ ਪਾਈ ਚੂਕੇ ਭਰਮ ਗਵਨ। ਥਿਤ ਪਾਈ, ਟਿਕਾਉ ਹੋ ਗਿਆ। ਜਿਹੜੇ ਭ੍ਰਮਣਾ ਹੈ, ਗਵਨ ਕਰਨਾ ਇੱਧਰ ਉੱਧਰ, ਉਹ ਠਹਿਰ ਜਾਂਦਾ। ਸਾਧ ਸੰਗਤ ਜੀ, ਇਹ ਜਿਹੜਾ ਭ੍ਰਮਣਾ ਹੈ, ਗਵਨ ਕਰਨਾ, ਇਹ ਵੀ ਦੋ ਤਿੰਨ ਕਿਸਮਾਂ ਦਾ। ਇੱਕ ਤਾਂ ਸਰੀਰਕ ਰੂਪ ਵਿੱਚ ਇੱਧਰ ਉੱਧਰ ਘੁੰਮਣਾ ਤੀਰਥਾਂ ਪਰ, ਇਹ ਵੀ ਭ੍ਰਮਣ ਹੈ, ਇਹ ਵੀ ਭਰਮ ਹੈ। ਔਰ ਇੱਕ ਹੈਗਾ ਮਨ ਦਾ ਭਟਕਣਾ, ਇੱਥੇ ਬੈਠੇ ਹੀ ਅਮਰੀਕਾ ਵਿੱਚ ਜਾ ਵੜਨਾ, ਘਰ ਬੈਠੇ ਹੀ ਖੇਤਾਂ ਵਿੱਚ ਜਾ ਵੜਨਾ। ਸਾਧ ਸੰਗਤ 'ਚ ਸਰੀਰ ਹੋਊਗਾ ਲੇਕਿਨ ਮਨ ਹੋਊਗਾ ਕਿਧਰੇ ਹੋਰ, ਬਾਜ਼ਾਰਾਂ 'ਚ, ਖੇਤਾਂ 'ਚ। ਇਹ ਜਿਹੜਾ ਭ੍ਰਮਣ ਹੈ, ਇਹ ਗੁਰਬਾਣੀ ਹਟਾ ਸਕਦੀ ਹੈ ਇਹਨੂੰ, ਜੇ ਕਿਰਪਾ ਵਰਸ ਜੇ ਗੁਰਬਾਣੀ ਦੀ ਤਾਂ। ਕੇਵਲ ਪੜ੍ਹਨ ਨਾਲ ਨਹੀਂ, ਪੜ੍ਹਨ ਨਾਲ
ਗਿਆਨ ਹੋ ਜਾਊਗਾ, ਮਨ ਵੀ ਹਟ ਜਾਊਗਾ ਇੱਧਰ ਉੱਧਰ ਤੀਰਥਾਂ ਪਰ ਜਾਣੇ ਤੋਂ ਜਾਂ ਦੇਸ਼ ਦਾ ਰਟਨ ਕਰਨ ਤੋਂ। ਲੇਕਿਨ ਜਿਹੜਾ ਅੰਦਰਲਾ ਭਰਮਣ ਹੈ ਮਨ ਦਾ, ਦੌੜ ਭੱਜ ਹੈ ਜਿਹੜੀ, ਉਹ ਨਹੀਂ ਹਟਦੀ। ਉਹ ਕਿਵੇਂ ਹਟੂਗੀ? ਉਹ ਧਿਆਨ ਨਾਲ ਹਟਦੀ ਹੈ। ਗੁਰੂ ਦੇ ਸ਼ਬਦ ਦੇ ਉੱਪਰ ਟੇਕ ਲਗਾ ਲਓ, ਜੋ ਬੋਲ ਰਹੇ ਮੂੰਹ ਤੋਂ ਉਹਨੂੰ ਸੁਣਨ ਲੱਗ ਜਾਓ। ਇਹੀ ਸਾਧਨਾ ਹੈ ਗੁਰਮਤਿ ਦੀ। ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ, ਸੁਣਨ ਲੱਗ ਜਾਓ ਇਹਨੂੰ, ਧਿਆਨ ਬਾਹਰ ਨਹੀਂ ਜਾਊਗਾ। ਕਰਕੇ ਦੇਖ ਲਓ, ਇਹ ਤਾਂ ਪ੍ਰੈਕਟੀਕਲ ਹੈ। ਜਿਉਂ ਜਿਉਂ ਰੋਜ਼ ਕਰੂੰਗੇ ਹੋਰ ਪੱਕਦਾ ਜਾਊਗਾ। ਜਿਵੇਂ ਪਹਿਲਾਂ ਪਹਿਲਾਂ ਡਰਾਈਵਰ ਬਹੁਤ ਕੁਝ ਦੇਖਦਾ ਇੱਧਰ ਉੱਧਰ, ਵੀ ਐਕਸੀਡੈਂਟ ਨਾ ਹੋ ਜੇ ਸਟੀਅਰਿੰਗ ਫੜਨ ਤੋਂ ਪਹਿਲਾਂ, ਲੇਕਿਨ ਹੌਲੀ ਹੌਲੀ ਫਿਰ ਗੱਲਾਂ ਵੀ ਕਰੀ ਜਾਂਦਾ, ਟੇਪਾਂ ਵੀ ਸੁਣੀ ਜਾਂਦਾ, ਗੁਰਬਾਣੀ ਗੀਤ ਵੀ ਸੁਣੀ ਜਾਂਦਾ, ਔਰ ਚਲਾਈ ਵੀ ਜਾਂਦਾ। ਧਿਆਨ ਬਸ ਨਿਗਾਹ ਸਿੱਧੀ ਹੁੰਦੀ ਹੈ, ਮਨ ਆਪੇ ਕਰੀ ਜਾਂਦਾ ਸਾਰਾ ਕੁਛ। ਬਿਲਕੁਲ ਇਸੇ ਤਰੀਕੇ ਨਾਲ ਗੁਰਮਤਿ ਦੇ ਮਾਰਗ ਵਿੱਚ ਹੈ। ਪਹਿਲਾਂ ਥੋੜ੍ਹਾ ਜਿਹਾ ਧਿਆਨ ਟਿਕਾਉਣਾ ਹੈ, ਬਾਅਦ ਵਿੱਚ ਆਪਣੇ ਆਪ ਹੀ ਹੋਣ ਲੱਗ ਪੈਂਦਾ ਸਾਰਾ ਕੁਛ। ਜਿਹਨੂੰ ਕਹਿੰਦੇ ਆ ਵੀ ਜਿਹੜੀ ਅਵਸਥਾ ਉਹ ਫਿਰ ਪੱਕੀ ਹੋ ਜਾਂਦੀ ਹੈ। ਫਿਰ ਅੱਠੇ ਪਹਿਰ ਸਿਮਰਨ ਵੀ ਗੁਰੂ ਬਖਸ਼ ਦਿੰਦਾ। ਇਹਨੂੰ ਕਹਿੰਦੇ ਥਿਤ ਪਾਉਣਾ। ਚੁੱਕੇ ਥਿਤ ਪਾਈ ਚੁੱਕੇ ਭਰਮ ਗਵਨ, ਸੁਣ ਨਾਨਕ ਹਰ ਹਰ ਜਸ ਸਰਵਨ। ਗੁਰੂ ਨਾਨਕ ਯਾਨੀ ਪੰਚਮ ਪਾਤਸ਼ਾਹ ਫਰਮਾਨ ਕਰਦੇ ਹੈ ਵੀ ਹਰੀ ਦਾ ਜਸ ਕੰਨਾਂ ਦੇ ਨਾਲ ਸੁਣੋ ਭਾਈ। ਫਿਰ ਜਿਹੜਾ ਸਾਡਾ ਭਵਨ ਹੈ ਇਹ ਜਾਊਗਾ। ਇਹ ਜਿਹੜਾ ਆਪਾਂ ਭਵਨੇ ਆ ਸਾਧ ਸੰਗਤ ਜੀ ਨੱਠ ਭੱਜ ਕਰਦੇ ਆ, ਇਹ ਦੋ ਕਾਰਨਾਂ ਕਰਕੇ ਹੁੰਦਾ। ਇੱਕ ਦੁਰਮਤ ਕਰਕੇ, ਇੱਕ ਦੁਬਿਧਾ ਕਰਕੇ। ਦੁਰਮਤ ਗਿਆਨ ਨਾਲ ਚਲੇ ਜਾਂਦੀ ਹੈ, ਲੇਕਿਨ ਦੁਬਿਧਾ ਨਹੀਂ ਜਾਂਦੀ ਗਿਆਨ ਨਾਲ। ਦੁਬਿਧਾ ਜਾਊਗੀ ਧਿਆਨ ਨਾਲ। ਜਦੋਂ ਧਿਆਨ ਇੱਕ ਜਗ੍ਹਾ ਟਿਕਣ ਲੱਗ ਗਿਆ, ਦੁਬਿਧਾ ਨੇ ਹਟ ਜਾਣਾ। ਫਿਰ ਵਨਨੈਸ ਹੋਣੀ ਹੈ, ਫਿਰ ਡੁਐਲਿਟੀ 'ਚੋਂ ਬੰਦਾ ਨਿਕਲ ਕੇ ਇੱਕ 'ਚ ਆਊਗਾ। ਤੋ ਭਗਤੀ ਬਹੁਤ ਜ਼ਰੂਰੀ ਹੈ। ਵਿਦਵਾਨ ਅਸੀਂ ਲੋਕ ਜਿਹੜੇ ਹੈ ਪੜ੍ਹੇ ਲਿਖੇ, ਅਸੀਂ ਤਾਂ ਸਿਰਫ ਗਿਆਨ ਤੱਕ ਦੀ ਗੱਲ ਮਹਿਦੂਦ ਹੋ ਗਏ ਵੀ ਗਿਆਨ ਪ੍ਰਾਪਤ ਕਰ ਲਓ। ਠੀਕ ਹੈ, ਅੱਛੀ ਗੱਲ ਹੈ, ਪਰ ਗਿਆਨ ਤੋਂ ਅੱਗੇ ਭਗਤੀ ਬੈਠੀ ਹੈ। ਫਿਰ ਜਿਹਨੇ ਸਾਡੇ ਮਨ ਵਿੱਚੋਂ ਮੈਂ ਮੇਰੀ ਦਾ ਭਰਮ ਕੱਢਣਾ ਹੈ, ਹੋਰ ਬਹੁਤ ਸਾਰੇ ਭਰਮ ਕੱਢਣੇ, ਧੌਣੇ ਤੋਂ ਹਟਾਉਣਾ ਮਨ ਨੂੰ, ਇੱਕ ਜਗ੍ਹਾ ਸਟੇਸ਼ਨਰੀ ਕਰਨਾ, ਉਹ ਫਿਰ ਭਗਤੀ ਹੈ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪੇ ਉਹ ਨਿਰਗੁਣ ਹੈ, ਆਪੇ ਉਹ ਸਰਗੁਣ ਹੈ, ਸਭ ਕਲਾ ਉਸੇ ਦੀ ਹੈ। ਸਾਰੀ ਸ੍ਰਿਸ਼ਟੀ ਨੂੰ ਮੋਹਿਆ ਹੋਇਆ ਉਹਨੇ ਆਪਣੇ ਜਾਲ ਵਿੱਚ ਪਾਇਆ ਹੋਇਆ, ਮਾਇਆ ਪਾਈ ਹੋਈ ਹੈ ਸਭ ਦੇ ਅੰਦਰ। ਸਾਧ ਸੰਗਤ ਜੀ, ਉਹ ਨਿਰਗੁਣ ਉਸ ਅਵਸਥਾ ਨੂੰ ਕਹਿੰਦੇ ਨਿਰੰਕਾਰ ਦੀ ਨੂੰ, ਜਦੋਂ ਆਪੇ ਆਪ ਇਕੱਲਾ ਹੀ ਬੈਠਾ ਸੀ, ਕੋਈ ਗੁਣ ਨਹੀਂ ਸੀ, ਨਿਰਗੁਣ ਸੀਗਾ ਉਹ। ਜਦੋਂ ਉਹਨੂੰ ਫੁਰਨਾ ਥੋੜ੍ਹਾ ਜਿਹਾ ਹੋਇਆ, ਫਿਰ ਉਹ ਪਰਮਾਤਮਾ ਦੇ ਰੂਪ 'ਚ ਪ੍ਰਗਟ ਹੋਇਆ, ਜਿਹਨੂੰ ਏਕ ਓਂਕਾਰ ਕਹਿੰਦੇ। ਉਹਦੇ ਵਿੱਚ ਕੁਛ ਗੁਣ ਆਏ, ਲੇਕਿਨ ਲੀਲਾ ਜਾਂ ਨਹੀਂ ਸੀ ਆਈ। ਜਦੋਂ ਫਿਰ ਉਹ ਭਗਵਾਨ ਦੇ ਰੂਪ 'ਚ, ਸਰਗੁਣ ਦੇ ਰੂਪ 'ਚ, ਭਗਵਾਨ ਹਿੰਦੀ ਵਿੱਚ ਸੰਤ ਨੂੰ ਕਿਹਾ ਜਾਂਦਾ, ਜਦੋਂ ਸੰਤ ਦੇ ਰੂਪ ਵਿੱਚ ਫਿਰ ਆਉਂਦਾ, ਉਹਦੇ 'ਚ ਗੁਣ ਵੀ ਪ੍ਰਗਟ ਹੁੰਦੇ ਸਾਰੇ ਹੀ, ਔਰ ਲੀਲਾ ਵੀ ਪ੍ਰਗਟ ਹੁੰਦੀ ਹੈ। ਫਿਰ ਉਹ ਲੀਲਾ ਵੀ ਕਰਦਾ, ਕਿਉਂਕਿ ਸਰੀਰਕ ਰੂਪ 'ਚ ਹੁੰਦਾ ਪਰਮਾਤਮਾ। ਤੋ ਇਹਨਾਂ ਤਿੰਨਾਂ 'ਚ ਥੋੜ੍ਹਾ ਥੋੜ੍ਹਾ ਅੰਤਰ ਹੁੰਦਾ ਹੈ ਹਿੰਦੂ ਮਾਈਥੋਲੋਜੀ ਦੇ ਹਿਸਾਬ ਨਾਲ। ਨਿਰਗੁਣ ਸਰਗੁਣ ਦੇ ਵਿਚਾਲੇ ਜਿਹੜੀ ਸਟੇਜ ਆ, ਉਹ ਏਕ ਓਂਕਾਰ ਦੀ ਹੈ, ਪਰਮਾਤਮਾ ਦੀ। ਹਾਲਾਂਕਿ ਗੁਰਮਤਿ ਵਿੱਚ ਇਹ ਸਾਰੇ ਇੱਕੋ ਹੈ। ਗੁਰਮਤਿ ਨੇ ਕੋਈ ਭੇਦ ਨਹੀਂ ਕਰਿਆ ਇਹਨਾਂ 'ਚ, ਭੇਦਾ ਭੇਦ ਕਰਕੇ ਇੱਕੋ ਜਗ੍ਹਾ ਸਭ ਉਸੇ ਤਰ੍ਹਾਂ ਵਰਤੇ ਹੈ। ਉਹੀ ਭਗਵਾਨ ਹੈ, ਉਹੀ ਪਰਮਾਤਮਾ ਹੈ, ਉਹੀ ਨਿਰੰਕਾਰ ਹੈ, ਉਹੀ ਏਕ ਓਂਕਾਰ ਹੈ। ਆਪਣੇ ਚਰਿਤ ਪ੍ਰਭ ਆਪ ਬਣਾਏ। ਇਹ ਜਿੰਨੇ ਵੀ ਉਹਨੇ ਕਲਾ ਖੇਡੀਆਂ ਹੈ, ਕੌਤਕ ਕਰਦਾ ਹੈ, ਉਹ ਆਪੇ ਕਰ ਰਿਹਾ, ਸਭ ਜਗ੍ਹਾ ਆਪੇ ਖੇਡ ਰਿਹਾ। ਉਹ ਆਪਣੀ ਕੀਮਤ ਆਪੇ ਪਾਏ, ਦੂਜਾ ਨਹੀਂ ਉਹਦੀ ਕੀਮਤ ਪਾ ਸਕਦਾ। ਸਭ ਕੀਮਤ ਮਿਲ ਕੀਮਤ ਪਾਈ, ਜਿੰਨੀਆਂ ਮਰਜ਼ੀ ਕੀਮਤਾਂ ਪਾਈ ਜਾਓ, ਨਹੀਂ ਪੈਣੀ ਹੈ ਭਾਈ, ਉਹ ਆਪੇ ਪਾ ਸਕਦਾ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਹਰੀ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਸਭ ਜਗ੍ਹਾ ਜਦ ਉਹਦੀ ਜੋਤ ਹੈ, ਤਾਂ ਫਿਰ ਕਿਵੇਂ ਉਹ ਤੋਂ ਬਾਹਰ ਹੋ ਗਈ ਕੋਈ ਵੀ ਚੀਜ਼। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਇਹੀ ਬਾਤ ਬਾਬਾ ਨਾਮਦੇਵ ਜੀ ਫਰਮਾਉਂਦੇ। ਸਭ ਜਗ੍ਹਾ ਤੋਂ ਨਿਰੰਤਰਤਾ ਵਿੱਚ, ਪਹਿਲਾਂ ਤੋਂ ਲੈ ਕੇ ਹੁਣ ਵੀ, ਬਾਅਦ ਵਿੱਚ ਵੀ ਇੱਕੋ ਹੀ ਹੈ। ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ ਸੰਗ। ਆਪਣੇ ਰੂਪ ਰੰਗ ਬਣਾ ਕੇ ਸੰਸਾਰ ਦੇ ਵਿੱਚ ਓਤ ਪੋਤ ਹੈ। ਤਸਵੀਰ ਬਣਾਉਣ ਵਾਲਾ ਵੀ ਆਪ ਹੈ, ਮੁਸੱਵਰ ਵੀ ਆਪ ਹੈ, ਤਸਵੀਰ ਦੇ ਵਿੱਚ ਵੀ ਆਪ ਹੀ ਬੈਠਾ ਹੈ। ਇਹ ਸੰਸਾਰ ਉਹਦੀ ਤਸਵੀਰ ਹੈ, ਚਿੱਤਰ ਹੈ। ਚਿੱਤਰ ਦੇ ਵਿੱਚ ਵੀ ਉਹ ਆਪ ਬੈਠਾ ਹੈ।
ਭਏ ਪ੍ਰਗਾਸ ਸਾਧ ਕੇ ਸੰਗ। ਇਸ ਗੱਲ ਦਾ ਪ੍ਰਗਾਸ ਸਾਧੂ ਦੇ ਸੰਗ, ਸਾਧੂ ਦੇ ਸੰਗਤ ਕਰਕੇ ਪਤਾ ਚੱਲਦਾ। ਰਚ ਰਚਨਾ ਆਪਣੀ ਕਲ ਧਾਰੀ, ਉਹਨੇ ਰਚ ਕੇ ਆਪਣੀ ਰਚਨਾ ਦੇ ਵਿੱਚ ਇਹ ਸਾਰੀ ਕਲ ਧਾਰੀ ਹੋਈ ਹੈ। ਰਚਿਆ ਹੋਇਆ ਵਿੱਚ ਬੈਠਾ ਉਹ, ਜਿਹੜਾ ਆਮ ਇੱਕ ਮੁਸੱਵਰ ਹੁੰਦਾ ਉਹ ਤਸਵੀਰ ਦੇ ਵਿੱਚ ਨਹੀਂ ਹੁੰਦਾ, ਉਹ ਤਸਵੀਰ ਬਣਾ ਕੇ ਉਹ ਤੋਂ ਅਲੱਗ ਹੋ ਜਾਂਦਾ। ਲੇਕਿਨ ਪਰਮਾਤਮਾ ਆਪਣੀ ਰਚਨਾ ਆਪਣੇ ਚਿੱਤਰ ਦੇ ਵਿੱਚ ਆਪ ਬੈਠਾ ਹੋਇਆ। ਤੋ ਸਾਧ ਸੰਗਤ ਜੀਓ, ਇੱਕ ਸ਼ਬਦ ਆਉਂਦਾ ਗੁਰਬਾਣੀ 'ਚ, ਤਿਰਵਿਧ ਲੋਗਾ ਤਿਰਵਿਧ ਜੋਗਾ। ਤਿਰਵਿਧ ਮੈਨੇ ਤਿੰਨੇ ਗੁਣਾਂ 'ਚ, ਲੋਕ ਵੀ ਤਿੰਨੇ ਗੁਣਾਂ 'ਚ ਹੈ। ਜਿਹੜੇ ਜੋਗੀ ਸਮਝਦੇ ਆਪਾਂ ਵੀ ਇਹ ਪਹੁੰਚੇ ਹੋਏ ਹੈ, ਜਾਂ ਉੱਪਰੋਂ ਉੱਪਰੋਂ ਸੰਤ ਵੀ ਨਜ਼ਰ ਆਉਂਦੇ ਹੈ, ਉਹ ਵੀ ਤਿੰਨਾਂ ਗੁਣਾਂ ਵਿੱਚ ਫਸੇ ਹੋਏ ਹੈ। ਤਿਰਵਿਧ ਲੋਗਾ ਤਿਰਵਿਧ ਜੋਗਾ। ਜਿੰਨਾ ਚਿਰ ਗੁਰਬਾਣੀ ਸਾਡੇ ਉੱਪਰ ਕਿਰਪਾ ਨਹੀਂ ਨਾ ਕਰਦੀ, ਬਾਹਰੋਂ ਜੋਗੀ ਬਣ ਸਕਦੇ ਹਾਂ, ਭੇਖ ਪਾ ਸਕਦੇ ਹਾਂ, ਸੰਤ ਵੀ ਬਣ ਸਕਦੇ ਹਾਂ ਉੱਪਰੋਂ ਉੱਪਰੋਂ, ਲੇਕਿਨ ਅੰਦਰ ਤੋਂ ਸੰਤ ਉਹੀ ਬਣੂਗਾ ਜਿਹਨੂੰ ਕਬੀਰ ਜੀ ਨੇ ਫਿਰ ਬਹੁਤ ਬਾਖੂਬੀ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਬਨਾਰਸ ਦੇ ਠੱਗ ਨਾ ਬਣਿਓ ਭਾਈ, ਅੰਦਰ ਤੋਂ ਉਹਦੇ ਸੰਤ ਬਣਿਓ। ਬਾਹਰ ਤੋਂ ਨਜ਼ਰ ਜ਼ਰੂਰ ਇਸ ਤਰ੍ਹਾਂ ਆਉਂਦਾ ਹੁੰਦਾ ਜਿਹੜਾ ਸੰਤ ਹੁੰਦਾ ਵੀ ਉਹ ਇਹ ਤਾਂ ਹਉਮੈ ਵਿੱਚ ਹੈ, ਬਾਹਰੋਂ ਹਉਮੈ ਕਹੈ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਬਾਹਰ ਤੋਂ ਨਜ਼ਰ ਆਉਂਦਾ ਵੀ ਇਹ ਤਾਂ ਹਾਥੀ ਘੋੜੇ ਕਿਲੇ ਬਣਾ ਰਿਹਾ, ਲੇਕਿਨ ਅੰਦਰ ਤੇ ਹਰ ਵਕਤ ਉਹਦਾ ਜਾਪ ਹੋ ਰਿਹਾ। ਇਹ ਗੁਰਬਾਣੀ ਦਾ ਜਿਹੜਾ ਗੁਰਮਤਿ ਦਾ ਜਿਹੜਾ ਆਸ਼ਾ ਹੈ, ਇਹ ਜਿਹੜਾ ਸਿਧਾਂਤ ਹੈ ਵੀ ਮਾਇਆ ਦੇ ਵਿੱਚ ਰਹਿੰਦੇ ਹੋਏ ਕਮਲ ਦੀ ਫੁੱਲ ਦੀ ਤਰ੍ਹਾਂ, ਮੁਰਗਾਬੀ ਦੀ ਤਰ੍ਹਾਂ ਨਿਰਲੇਪ ਰਹਿਣਾ ਹੈ, ਇਹ ਚੀਜ਼ ਨੂੰ ਸਮਝਣਾ ਬੜਾ ਮੁਸ਼ਕਿਲ ਹੈ। ਆਮ ਸੰਸਾਰ ਇਹਦੇ ਵਿੱਚ ਹੀ ਫਸਿਆ ਹੋਇਆ ਵੀ ਜਿੰਨਾ ਵੀ ਯੋਗਾ ਹੈ, ਯੋਗਾ ਮੀਨਸ ਜਿਹੜੇ ਲੋਕ ਦੇਖਣ ਨੂੰ ਲੱਗਦੇ ਉੱਪਰੋਂ ਸੰਤ ਜਾਂ ਜੋਗੀ ਹੈ, ਉਹ ਵੀ ਤੇ ਮਾਇਆ ਦੇ ਵਿੱਚ ਲਿਪਟੇ ਹੋਏ ਨੇ। ਦਿਖਾਵਾ ਹੋਰ ਹੈ, ਅੰਦਰੋਂ ਕੁਛ ਗੱਲ ਹੋਰ ਹੈ। ਤੋ ਜਿਹੜੇ ਬੰਦੇ ਦੇ ਅੰਦਰ ਪਰਮਾਤਮਾ ਜੇ ਪ੍ਰਗਟ ਨਹੀਂ ਹੋਇਆ, ਉਹ ਸੰਤ ਨਹੀਂ ਬਣ ਸਕਦਾ। ਦਿਖਾਵਾ ਕਰਦਾ ਹੈ ਤਾਂ ਹੋਰ ਗੱਲ ਹੈ, ਉਹਨਾਂ ਵਾਸਤੇ ਬੜਾ ਸਖਤ ਹੁਕਮ ਹੈ ਗੁਰਬਾਣੀ ਦਾ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੌਲੀ। ਬਹੁਤ ਸਖਤ ਹਦਾਇਤ ਹੈ। ਤੋ ਸਾਧ ਸੰਗਤ ਜੀਓ, ਜੇ ਕਰਮ ਸਾਡੇ ਚੰਗੇ ਹੋਵੇਂ ਮਹਾਰਾਜ ਬਖਸ਼ ਕਰੇ, ਬਖਸ਼ਿਸ਼ ਕਰੇ, ਗੁਰਬਾਣੀ ਸਾਡੇ ਉੱਤੇ ਬਖਸ਼ਿਸ਼ ਕਰੇ। ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, ਬਖਸ਼ਿਸ਼ ਵੀ ਹੋ ਜਾਏ ਗੁਰਬਾਣੀ ਦੀ, ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਜਿਹੜੀ ਸੁਖਮਨੀ ਸਾਹਿਬ ਦੇ ਵਿੱਚ ਸੰਤ ਦੀ, ਬ੍ਰਹਮ ਗਿਆਨੀ ਦੀ ਜਾਂ ਸਾਧੂ ਦੀ ਅਵਸਥਾ ਬਿਆਨੀ ਗਈ ਹੈ। ਉਹਨਾਂ ਗੁਣਾਂ ਨੂੰ ਜਿਹੜੇ ਸੰਤ ਬ੍ਰਹਮ ਗਿਆਨੀ 'ਚ ਹੁੰਦੇ ਆ, ਅਸੀਂ ਆਪਣੇ ਨਾਲ ਜੋੜ ਕੇ ਪੇਸ਼ ਕਰਦੇ ਹਾਂ ਲਿਬਾਸ ਕਰਕੇ ਬਾਹਰੋਂ, ਫਿਰ ਨਹੀਂ, ਫਿਰ ਤਾਂ ਉਹਦੇ ਨਾਲੋਂ ਤਾਂ ਨੰਗਾ ਚੰਗਾ। ਫਿਰ ਜਿਵੇਂ ਸਰਮਦ ਸੀਗਾ, ਗੁਰਬਾਣੀ 'ਚ ਵੀ ਵਚਨ ਹੈ, ਨਗਨ ਫਿਰਤ ਰੰਗ ਏਕੇ ਉਹ ਸੋਭਾ ਪਾਏ। ਇਹੋ ਜਿਹੇ ਲਿਬਾਸਾਂ ਨਾਲੋਂ ਤਾਂ ਨੰਗਾ ਚੰਗਾ ਹੈ। ਥੋੜ੍ਹੇ ਜਿਹੇ ਕੱਪੜੇ ਸਰੀਰ ਪਰ ਹੋਵੇ ਉਹੀ ਚੰਗੇ, ਕਿਉਂਕਿ ਲਿਬਾਸ ਦੇ ਨਾਲ ਉਹਦਾ ਕੋਈ ਤਲਕ ਹੀ ਨਹੀਂ ਹੈ। ਪੁਛਾਨੰਦ ਲਿਬਾਸ ਹਰ ਕਿਰਾ ਐਵੇ ਦੀਦ, ਬੇਐਬਾਂ ਰਾ ਲਿਬਾਸੇ ਉਰਿਆਨੀ ਦਾਦ। ਐਬਾਂ ਵਾਲੇ ਕੱਪੜੇ ਪਾਉਂਦੇ ਸਰਮਦ ਫਰਮਾ ਰਹੇ, ਆਪਣੇ ਸਰੀਰ ਨੂੰ ਢੱਕਦੇ, ਐਬਾਂ ਨੂੰ ਢੱਕਣ ਖਾਤਰ ਅੰਦਰ ਜਿਹੜੇ ਔਗਣ ਹੈ। ਬੇਐਬਾਂ ਰਾ, ਜਿਹਦੇ ਬੇਐਬ ਹੁੰਦੇ ਆ, ਲਿਬਾਸੇ ਉਰਿਆਨੀ ਦਾਤ, ਉਹਨਾਂ ਨੂੰ ਨਗਨਤਾ ਦੀ ਦਾਤ ਰੱਬ ਦਿੰਦਾ। ਉਹ ਨਹੀਂ ਬਹੁਤੇ ਕੱਪੜਿਆਂ 'ਚ ਢੱਕਦੇ ਆਪਣੇ ਆਪ ਨੂੰ, ਜਿੰਨੇ ਕੁ ਮਿਲ ਗਏ ਠੀਕ ਹੈ, ਨਾ ਮਿਲੇ ਤਾਂ ਵੀ ਕਬੂਲ ਹੈ। ਇਹ ਅਵਸਥਾ ਹੋਰ ਹੈ ਬਿਲਕੁਲ। ਇਹਦਾ ਬਾਹਰ ਦੇ ਜਿਹੜੇ ਕਰਮਾਂ ਨਾਲ ਆਪਾਂ ਜੋ ਕਰਮ ਵਿਸ਼ੇਸ਼ ਕਰਦੇ ਹਾਂ ਧਰਮ ਦੇ ਨਾਂ 'ਤੇ, ਉਹਦੇ ਨਾਲ ਕੋਈ ਤਾਲੁਕ ਨਹੀਂ, ਉਹ ਕਰਮ ਧਰਮ ਬਣ ਕੇ ਰਹਿ ਜਾਂਦਾ। ਫਿਰ ਗੱਲ ਸਿਰਫ ਔਰ ਸਿਰਫ ਅੰਦਰ 'ਤੇ ਖੜ੍ਹੀ ਹੈ ਵੀ ਸਾਡੇ ਉੱਤੇ ਕਿੰਨੀ ਬਖਸ਼ਿਸ਼ ਹੈ ਉਹਦੀ। ਜੇ ਬਖਸ਼ਿਸ਼ ਹੈਗੀ ਹੈ ਤਾਂ ਬਾਹਰੋਂ ਜੇ ਆਪਾਂ ਕੁਛ ਇਹੋ ਜਿਹਾ ਵੀ ਕਰਦੇ ਹਾਂ ਜਿਹੜਾ ਦੁਨੀਆ ਨੂੰ ਲੱਗਦਾ ਵੀ ਇਹ ਤਾਂ ਮਾਇਆਧਾਰੀ ਹੈ, ਉਹ ਵੀ ਕਬੂਲ ਹੈ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਬਾਹਰ ਤੋਂ ਕੁਝ ਗਲਤ ਵੀ ਨਿਕਲ ਜਾਵੇ ਉਹ ਵੀ ਕਬੂਲ ਪੈਂਦਾ। ਇੱਕ ਸਾਖੀ ਆਪ ਜੀ ਨਾਲ ਸਾਂਝੀ ਕਰਕੇ ਸਮਾਪਤੀ ਕਰਾਂ। ਭਾਈ ਨੱਥਾ ਜੀ ਬੰਗਾਲ ਦੇ ਵਿੱਚ ਢਾਕੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਚਾਰਕ ਸਨ ਉਸ ਟਾਈਮ, ਜਦੋਂ 9ਵੇਂ ਪਾਤਸ਼ਾਹ ਉੱਥੇ ਗਏ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਉਹ ਗੁਰਦੁਆਰਾ ਬਣਿਆ ਸੀ ਢਾਕੇ ਦਾ। ਉਹ ਥੋੜ੍ਹੇ ਜਿਹੇ ਬਚਨ ਕੌੜੇ ਕਰਦੇ ਹੁੰਦੇ ਸੀ, ਯਾਨੀ ਫਿੱਕੇ ਬਚਨ ਬੋਲ ਦਿੰਦੇ ਸੀ ਸੰਗਤ ਨੂੰ। ਸੰਗਤਾਂ ਨੇ ਗੁਰੂ ਤੇਗ ਬਹਾਦਰ ਜੀ ਕੋਲ ਕਰੀ ਸ਼ਿਕਾਇਤ
ਬਈ ਸਤਿਗੁਰੂ ਜੀ ਇਹ ਬਹੁਤ ਗਲਤ ਬੋਲਦਾ, ਸੰਗਤ ਨੂੰ ਗਾਲੀ ਗਲੋਚ ਵੀ ਕਰ ਦਿੰਦਾ। ਬੁਲਾਇਆ, ਭਾਈ ਨੱਥਾ ਜੀ ਸ਼ਿਕਾਇਤ ਆਈ ਹੈ। ਕਹਿੰਦੇ ਹਾਂ ਗੁਰੂ ਮਹਾਰਾਜ ਇਹ ਖੜਦੇ ਹੀ ਨਹੀਂ ਇੱਕ ਪਰ, ਸਾਰਿਆਂ ਨੂੰ ਇਹ ਮੰਨੀ ਜਾਂਦੇ। ਮੈਂ ਬਹੁਤ ਇਹਨਾਂ ਨੂੰ ਕਹਿਣਾ ਵੀ ਇੱਕ ਪਰ ਖੜ ਜਾਓ, ਇੱਕ ਦੀ ਗੱਲ ਕਰੋ, ਦੂਜੇ ਦੀ ਕਾਹਤੇ ਕਰਦੇ ਆ, ਇਹ ਹਟਦੇ ਨਹੀਂ, ਇੱਥੇ ਵੀ ਆਈ ਜਾਂਦੇ, ਉੱਧਰ ਵੀ ਜਾਈ ਜਾਂਦੇ, ਡੁਅਲਟੀ ਵੀ ਕਰੀ ਜਾਂਦੇ। ਔਰ ਮੂੰਹ ਤੋਂ ਗਾਲ ਉਸੇ ਤਰ੍ਹਾਂ ਫੇਰ ਨਿਕਲ ਗਈ, ਚੜੀ ਹੋਈ ਸੀ ਮੂੰਹ 'ਤੇ। ਸਤਿਗੁਰੂ ਨੇ ਹੱਸ ਕੇ ਸਾਰ ਦਿੱਤਾ, ਕਹਿੰਦੇ ਭਾਈ ਨੱਥਾ ਜੀ ਗਾਲਾਂ ਨਹੀਂ ਕੱਢੀ ਦੀਆਂ ਸੰਗਤ ਨੂੰ, ਜੋ ਅੰਦਰ ਹੈ ਉਹ ਜੇ ਬਾਹਰੋਂ ਵੀ ਹੋ ਜਾਓ, ਕੋਈ ਗੱਲ ਨਹੀਂ, ਸਭ ਮਾਫ ਹੈ। ਉਹਨੂੰ ਕੁਛ ਨਹੀਂ ਕਿਹਾ, ਉਸੇ ਤਰ੍ਹਾਂ ਰਹਿਣ ਦਿੱਤਾ। ਉਹ ਜੇ ਨਿਕਲ ਵੀ ਜਾਂਦਾ ਕੁਛ ਬਾਹਰੋਂ ਕੜੱਤਣ ਹੈ, ਤਾਂ ਅੰਦਰ ਤੋਂ ਤਾਂ ਹਿਰਦਾ ਸਾਫ਼ ਹੋਣਾ ਚਾਹੀਦਾ। ਅਤੇ ਜੇ ਅੰਦਰੋਂ ਸਾਫ਼ ਨਹੀਂ ਹੈ, ਬਾਹਰੋਂ ਜਿੰਨੀ ਮਰਜ਼ੀ ਮੁਲਾਇਮ ਜੀਭ ਵਰਤੀ ਜਾਵੇ, ਚੋਪੜ ਚੋਪੜ ਕੇ ਸ਼ਬਦ ਕਹੀ ਜਾਵੇ, ਅਰਦਾਸ ਵੀ ਚੋਪੜ ਚੋਪੜ ਕੇ ਕਰੀ ਜਾਵੇ, ਨਹੀਂ ਸੁਣਦਾ ਪਰਮਾਤਮਾ ਉਹਨੂੰ। ਅੰਦਰ ਤੋਂ ਜੇ ਹੂਕ ਨਿਕਲ ਗਈ ਵੀ ਆਹ ਰੱਬਾ ਹੁਣ ਤੂੰ ਹੀ ਹੈ, ਬਸ ਆਹੀ ਸਭ ਤੋਂ ਬੜੀ ਅਰਦਾਸ ਬਣ ਜਾਂਦੀ, ਕਿਉਂਕਿ ਉਹ ਅੰਦਰ ਤੋਂ ਨਿਕਲਦੀ ਹੈ, ਉਹ ਬਿਨਾਂ ਫਾਰਮੈਲਿਟੀ 'ਤੇ ਹੁੰਦੀ ਹੈ। ਜਦ ਸਾਰੇ ਸਹਾਰੇ ਟੁੱਟ ਜਾਂਦੇ, ਉਦੋਂ ਬੰਦਾ ਕਹਿੰਦਾ ਮਹਾਰਾਜ ਹੁਣ ਨਹੀਂ ਮੇਰਾ ਕੋਈ ਰਿਹਾ, ਤੂੰ ਹੀ ਹੈ, ਬਖਸ਼ ਲੈ। ਤੋ ਦਿਓ ਆਗਿਆ, ਕਿਸੇ ਅਪਸ਼ਬਦ ਦੀ ਖਿਮਾ, ਜ਼ਰੂਰ ਕੋਈ ਨਾ ਕੋਈ ਗਲਤ ਬਿਆਨੀ ਹੋ ਜਾਂਦੀ ਹੈ ਕਈ ਵਾਰੀ, ਜਾਂ ਕਈਆਂ ਨੂੰ ਸੁਣਨ ਵਿੱਚੋਂ ਠੀਕ ਨਹੀਂ ਲੱਗਦੀ ਹੁੰਦੀ, ਕਿਉਂਕਿ ਸਾਰਿਆਂ ਦੀ ਅਵਸਥਾ ਇੱਕ ਜਿਹੀ ਹੋ ਵੀ ਨਹੀਂ ਸਕਦੀ। ਕੋਈ ਕਿੱਥੇ ਖੜ੍ਹਾ, ਕੋਈ ਕਿੱਥੇ ਖੜ੍ਹਾ, ਕਿਸੇ ਨੂੰ ਕਿਹੋ ਜਿਹਾ ਅਭਿਆਸ ਹੋਇਆ ਹੋਇਆ, ਕਰਮ ਚੱਕਰ ਇਹੋ ਜਿਹਾ, ਕਿਸੇ ਦਾ ਕਿਸੇ ਤਰ੍ਹਾਂ ਦਾ। ਸਿੱਖੀ ਦੇ ਵਿੱਚ ਹੀ ਬਹੁਤ ਕਿਸਮ ਦਾ ਇੰਤਸ਼ਾਰ ਹੈ, ਬਹੁਤ ਸਾਰਾ, ਕੁਛ ਲੋਕ ਇੱਧਰ ਜੁੜੇ ਹੋਏ ਆ, ਕੁਛ ਉੱਧਰ ਡੇਰੇ ਨਾਲ ਜੁੜੇ ਹੋਏ ਆ, ਕੋਈ ਕਿਵੇਂ ਸਿੱਖਿਆ ਦਿੰਦਾ, ਕੋਈ ਕਿਵੇਂ ਦਿੰਦਾ, ਜ਼ਰੂਰ ਇਸ ਤਰ੍ਹਾਂ ਦਾ ਖਿਆਲ ਹੋ ਜਾਂਦਾ ਹੈ। ਤੋ ਬਖਸ਼ ਲਿਓ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।